So Bessel's function of the first kind ਜਿਹੜੇ ਆਪਾਂ ਲਾਸਟ ਲੈਕਚਰਸ ਦੇ ਵਿੱਚ ਡਿਰਾਈਵ ਕੀਤੇ ਸੀਗੇ JVX ਜਿਹਨੂੰ ਅਸੀਂ ਬੋਲਦੇ ਸੀਗੇ ਠੀਕ ਹੈ this was the case when v is non-integer we have derived these two values jv and j minus v, but when v is an integer we have discussed that we have to consider only one of these functions either jvx or j minus vx ਦੋਵਾਂ ਦੇ ਵਿੱਚੋਂ ਕੋਈ ਇੱਕ ਅਸੀਂ ਕੰਸੀਡਰ ਕਰਦੇ ਹੁੰਦੇ ਸੀ ਤਾਂ no doubt ਚਾਹੇ ਇੰਟੀਜਰਸ ਦਾ ਕੇਸ ਹੈ ਚਾਹੇ ਨਾਨ ਇੰਟੀਜਰਸ ਦਾ ਕੇਸ ਹੈ ਇਹਨਾਂ ਦੋਵਾਂ ਦੇ ਵਿੱਚੋਂ ਇੱਕ ਨੂੰ ਤਾਂ ਅਸੀਂ ਕੰਸੀਡਰ ਕਰਨਾ ਹੀ ਕਰਨਾ ਹੈ ਘੱਟੋ ਘੱਟ ਇੱਕ ਨੂੰ ਤਾਂ ਕੰਸੀਡਰ ਕਰਨਾ ਹੀ ਕਰਨਾ ਹੈ या इनू कंसीडर कर लोगे या इनू क्या हो सकता है जो नॉन इंटीजर होया भी ਤਾਂ ਦੋਵੇਂ ਹੀ ਕੰਸੀਡਰ बट नाउ वी विल फोकस क्योंकि ਇਹਨਾਂ ਦੋਵਾਂ ਦੇ ਵਿੱਚ ਫਰਕ ਕੀ ਹੈਗਾ ਸਿਰਫ ਇਹੀ ਫਰਕ ਹੈ ਕਿ ਇੱਧਰ v ਹੈ और उधर माइनस v है ठीक है सॉरी ਇੱਧਰ v ਹੈਗਾ और इधर माइनस v ਹੈਗਾ ਸਾਰਾ ਐਕਸਪ੍ਰੈਸ਼ਨ ਸੇਮ ਹੈ ਇਹ v ਦੇ ਨਾਲ ਲਿਖਿਆ ਹੋਇਆ ਹੈ ਇਹ ਮਾਈਨਸ v ਦੇ ਨਾਲ ਲਿਖਿਆ ਹੈ ਤਾਂ ਅਸੀਂ ਇੱਕ ਰਿਪਰੈਜ਼ੈਂਟੇਸ਼ਨ ਜਿਹੜਾ ਹੈ ਇਹਦਾ ਹੁਣ ਫਿਕਸ ਕਰ ਲੈਂਦੇ ਹਾਂ कि आ वाले रिप्रेजेंटेशन ਨੂੰ ਅਸੀਂ Bessel's फंक्शन ऑफ फर्स्ट काइंड ਜਿਹੜਾ ਹੈ ਇਹਨੂੰ ਲਵਾਂਗੇ और ਇਸ ਦੀਆਂ ਜਿਹੜੀਆਂ ਪ੍ਰੋਪਰਟੀਆਂ ਹੈ ਇਹਦੇ ਰਿਲੇਟਡ ਜਿਹੜੇ ਕੁਐਸਚਨਸ ਹੈ ਫਿਰ ਉਹ ਆਪਾਂ ਡਿਸਕਸ ਕਰਾਂਗੇ ਸੋ ਅੱਜ ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਦੇ ਹਾਂ ਕਿ ਜੇ ਇਹ ਵਾਲਾ v ਅਸੀਂ 0 ਲੈ ਲਈਏ ਸੌਰੀ ਆਈ ਵੁੱਡ ਹੈਵ देयर x ਤਾਂ j not x ਕੀ ਹੋਏਗਾ ਜਦੋਂ ਸਾਡਾ n ਜਿਹੜਾ ਹੈ 0 ਹੋ ਗਿਆ n ਮਤਲਬ ਉਰੇ ਆ ਵਾਲਾ v ਕਹ ਲਓ ਜਾਂ n ਕਹ ਲਓ ਜਦੋਂ ਇਹ ਸਾਡਾ v ਜਿਹੜਾ ਹੈਗਾ 0 ਹੋ ਗਿਆ ਤਾਂ j0x ਦੀ ਕੀ ਵੈਲਿਊ ਬਣੇਗੀ ਤੁਸੀਂ ਕੀ ਕਰਨਾ ਜਸਟ ਆ ਵਾਲੀ ਜਿਹੜੀ ਵੈਲਿਊ ਅਸੀਂ ਲਿਖੀ ਹੈ ਇਹਦੇ ਵਿੱਚ ਜਿੱਥੇ ਜਿੱਥੇ n ਹੈ ਉਹਨੂੰ 0 ਨਾਲ ਰਿਪਲੇਸ ਕਰ ਤਾਂ ਤੁਹਾਨੂੰ ਨਜ਼ਰ ਆਏਗਾ ਜਿੱਥੇ ਇੱਥੇ v ਹੈ ਸੌਰੀ ਉਹਨੂੰ 0 ਨਾਲ ਰਿਪਲੇਸ ਕਰ ਦੋ v ਨੂੰ ਤਾਂ ਉਰੇ ਬਣ ਜਾਏਗਾ ਗਾਮਾ 1 n ਠੀਕ ਹੈ ਮਾਈਨਸ ਸੌਰੀ x/2 ਦੀ ਪਾਵਰ 2n ਤਾਂ ਇਸੇ ਤਰ੍ਹਾਂ ਆ ਲਿਖਿਆ ਹੋਇਆ ਹੈ ਯੂ ਕੈਨ ਸੀ ਹੇਅਰ ਜਿੱਥੇ v ਸੀਗਾ ਉਹਨੂੰ 0 ਪੁੱਟ ਕਰਤਾ ਤੇ ਸਮੀਸ਼ਨ ਦਾ ਇੰਡੈਕਸ n ਦੀ ਬਜਾਏ m ਦੇ ਵਿੱਚ ਲਿਖਿਆ ਹੋਇਆ ਉਹ ਕੋਈ ਫਰਕ ਨਹੀਂ ਪੈਂਦਾ ਤਾਂ ਤੁਸੀਂ ਦੇਖ ਸਕਦੇ ਹੋ ਇਸ ਦੇ ਨਾਲ ਰਿਮੇਨਿੰਗ ਤੁਸੀਂ ਰਹਿ ਜਾਓਗੇ ਠੀਕ ਹੈ और एक गल होर इत्थे जेड़ा गामा 1 प्लस तुहाडे कोल n बचेगा राइट ते क्योंकि n साडा कित्थों वेरी करदा 0 टू इंफिनिटी दैट मींस n इज ए इंटीजर तो 1 प्लस n इज आल्सो ए इंटीजर जे ਅਸੀਂ ਇਹ ਸਟੱਡੀ ਕੀਤਾ ਸੀ कि जे गामा ਦੇ ਵਿੱਚ ਜਿਹੜੀ ਵੈਲਿਊ ਅਗਰ ਉਹ ਇੰਟੀਜਰ ਹੋਵੇ ਤਾਂ ਇਹ ਫੈਕਟੋਰੀਅਲ ਚ ਕਨਵਰਟ ਹੋ ਜਾਂਦਾ ਇੱਕ ਲੈਸ ਕਰਕੇ ਤਾਂ गामा 1 प्लस n ਕੀ ਬਣ ਜਾਏਗਾ n फैक्टोरियल और एक n फैक्टोरियल ऑलरेडी पिया ਤਾਂ डिनोमिनेटर ਚ ਬਣ ਜਾਏਗਾ n फैक्टोरियल स्क्वायर सो दैट्स व्हाई ਉਰੇ ਤੁਸੀਂ ਦੇਖ ਸਕਦੇ ਹੋ ਲਿਖਿਆ ਹੋਇਆ m फैक्टोरियल स्क्वायर ठीक है ਤੇ ਬਾਕੀ ਟਰਮਸ ਤੁਸੀਂ ਈਜ਼ੀਲੀ ਕੰਪੇਅਰ ਕਰਕੇ ਚੈੱਕ ਕਰ ਸਕਦੇ ਹੋ ਜਿਵੇਂ ਜਿਵੇਂ ਅਸੀਂ v ਨੂੰ 0 ਨਾਲ ਰਿਪਲੇਸ ਕੀਤਾ ਇਹ ਟਰਮ ਤੁਹਾਡੇ ਕੋਲ ਬਚਣੀ ਹੈ ਤਾਂ ਇਹ ਐਕਸਪ੍ਰੈਸ਼ਨ ਤੁਹਾਡੇ ਕੋਲ ਆ ਗਿਆ j0x ਤਾਂ j0x ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰੀਆਂ ਈਵਨ ਪਾਵਰਸ ਹੈ ਤਾਂ j0x ਦੀ ਇੱਕ ਬੜੀ ਵਧੀਆ ਪ੍ਰੋਪਰਟੀ ਫਿਰ ਸਾਨੂੰ ਸਮਝ ਆਉਂਦੀ ਹੈ ਕਿ j0 of -x will be equal to j0 of x ਕਿਉਂਕਿ ਸਾਰੀਆਂ ਪਾਵਰਸ ਈਵਨ ਹੈ ਜੇ ਸਾਰੀਆਂ ਪਾਵਰਸ ਈਵਨ ਹੈ ਤਾਂ x ਨੂੰ ਜੇ -x ਨਾਲ ਰਿਪਲੇਸ ਕਰੋਗੇ ਉਰੇ ਜਾਂ ਉਰੇ ਤਾਂ ਕੋਈ ਫਰਕ ਨਹੀਂ ਪੈਣਾ ਹੈਗਾ you will get the same expression so j0 of -x is always equal to j0 of x ਤੇ second thing ਅਸੀਂ ਜਿਹੜਾ n ਹੈ ਉਹਨੂੰ ਅਸੀਂ ਹੁਣ m ਹੈ ਜਿਹੜਾ ਉਹਨੂੰ ਅਸੀਂ 1 ਨਾਲ ਰਿਪਲੇਸ ਕਰਾਂਗੇ j1 ਨਾਲ ਰਿਪਲੇਸ ਜਿੱਥੇ ਜਿੱਥੇ v ਹੈ ਉਹਨੂੰ 1 ਨਾਲ ਜੇ ਤੁਸੀਂ ਰਿਪਲੇਸ ਕੀਤਾ ਪਿਛਲੇ ਐਕਸਪ੍ਰੈਸ਼ਨਸ ਤੁਸੀਂ ਚੈੱਕ ਕਰ ਸਕਦੇ ਹੋ m + 1 ਫੈਕਟੋਰੀਅਲ ਕਿਵੇਂ ਆਇਆ ਉੱਥੇ ਗਾਮਾ ਜਿਹੜਾ ਹੈ ਉਹ ਐਵੇਂ ਬਣੇਗਾ v ਨੂੰ ਤੁਸੀਂ 1 ਪੁੱਟ ਕਰਤਾ ਐਵੇਂ ਬਣੇਗਾ ਗਾਮਾ ਤਾਂ ਗਾਮਾ m + 2 और gamma m + 2 will be equals to m + 1 factorial so ਇਹ ਉੱਥੋਂ ਦੀ ਆਪਾਂ ਫਾਲੋ ਕਰ ਲਿਆ m + 1 factorial ਤਾਂ ਇਹ ਐਕਸਪ੍ਰੈਸ਼ਨ ਇਹਦਾ ਬਣ ਗਿਆ ਹੈਗਾ ਔਰ ਇਹ ਆਪਣੇ ਕੋਲ ਆ ਗਿਆ ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ j1 ਹੈ ਇਸ ਦੇ ਵਿੱਚ ਸਾਰੀਆਂ ਆਡ ਪਾਵਰਸ ਹਨ x ਪਾਵਰ 1 x ਪਾਵਰ 3 x ਪਾਵਰ 5 x ਪਾਵਰ 7 ਤਾਂ j1 ਦੇ ਵਿੱਚ ਜੇਕਰ ਅਸੀਂ ਪੂਰੇ x ਆਏਗਾ ਸੌਰੀ ਅਗੇਨ ਆਈ ਐਮ ਸੇਇੰਗ ਦੈਟ x है I'm taken mistakenly so j1 -x ਦੀ ਅਸੀਂ ਗੱਲ ਕਰਾਂਗੇ ਤਾਂ ਸਾਰਿਆਂ ਦਾ ਸਿੰਬਲ ਚੇਂਜ ਹੋ ਜਾਏਗਾ ਕਿਉਂਕਿ ਸਾਰੀਆਂ ਆਡ ਪਾਵਰਸ ਤਾਂ j1 of -x will be equal to -j1x ਤਾਂ j0 ਦੇ ਵਿੱਚ ਮਾਈਨਸ ਐਬਜ਼ੌਰਬ ਹੋ ਜਾਂਦਾ ਹੈ ਯਾਨੀ ਤੁਸੀਂ ਕਹਿ ਸਕਦੇ ਹੋ j0 ਇੱਕ ਈਵਨ ਫੰਕਸ਼ਨ ਹੈ ਔਰ j1 -x ਜਿਹੜਾ ਹੈ ਉਸ ਦਾ ਮਾਈਨਸ ਬਾਹਰ ਆ ਜਾਂਦਾ ਯੂ ਕੈਨ ਸੇ j1 is a odd function ਤਾਂ j0 is a even function and j1 is a odd function this is the property for j0 and j1 तो next further कुछ properties हैं जिन्हों से property number 1 है Bessel's function jnx b की जगह से हमने n लिखा करांगे ठीक है मैं v सिंबल नु ड्रॉप करके n सिंबल यूज करा करांगा Bessel's function jnx is convergent for all x ਇਹਨੂੰ ਅਸੀਂ ਸ਼ੋ ਕਰਨਾ ਕਿ ਇਹ ਕਨਵਰਜੈਂਟ ਹੈ ਤਾਂ ਜਿਵੇਂ ਅਸੀਂ ਸੋਲੂਸ਼ਨ ਇਨ ਸੀਰੀਜ਼ ਵਾਲੀਆਂ ਜਿਹੜੇ ਲੈਕਚਰਸ ਸੀਗੇ ਉਹਦੇ ਵਿੱਚ ਅਸੀਂ ਪਹਿਲੇ ਹੀ ਲੈਕਚਰ ਦੇ ਵਿੱਚ ਡਿਸਕਸ ਕੀਤਾ ਸੀ ਰੇਡੀਅਸ ਆਫ ਕਨਵਰਜੈਂਸ ਔਰ ਅਗਰ ਰੇਡੀਅਸ ਆਫ ਕਨਵਰਜੈਂਸ ਸਾਡਾ ਇਨਫਿਨਿਟੀ ਆ ਜਾਏ then ਅਸੀਂ ਕੀ ਕਹਿ ਦਿੰਦੇ ਹਾਂ ਕਿ ਸਾਰੀ ਨੰਬਰ ਲਾਈਨ ਦੇ ਉੱਪਰ ਰੇਡੀਅਸ ਆਫ ਕਨਵਰਜੈਂਸ ਇਨਫਿਨਿਟੀ ਹੈ ਤਾਂ -∞ to +∞ ਤੱਕ ਇਹ ਜਿਹੜੀ ਸੀਰੀਜ਼ ਹੈ ਉਹ ਕਨਵਰਜੈਂਟ ਹੋ ਜਾਂਦੀ ਹੈ
ਤਾਂ ਇਟ ਮੀਨਸ ਅਸੀਂ ਇਸ ਕੁਐਸਚਨ ਦੇ ਵਿੱਚ ਇਸ ਪ੍ਰੋਪਰਟੀ ਦੇ ਵਿੱਚ ਕੀ ਵੈਰੀਫਾਈ ਕਰਨਾ ਹੈ ਕਿ ਬੈਸਲਸ ਫੰਕਸ਼ਨ ਦਾ ਅਸੀਂ ਰੇਡੀਅਸ ਆਫ ਕਨਵਰਜੈਂਸ ਜਿਹੜਾ ਹੈ ਉਹ ਫਾਈਂਡ ਕਰਾਂਗੇ ਔਰ ਉਹ ਰੇਡੀਅਸ ਆਫ ਕਨਵਰਜੈਂਸ ਜਿਹੜਾ ਹੈ ਅਸੀਂ ਇਨਫਿਨਿਟੀ ਜਿਹੜਾ ਹੈ ਉਹ ਵੈਰੀਫਾਈ ਕਰਾਂਗੇ। ਕਿਵੇਂ ਕਰਨਾ ਉਹ ਤੁਸੀਂ ਦੇਖ ਸਕਦੇ ਹੋ। jnx ਦਾ ਇਹ ਐਕਸਪ੍ਰੈਸ਼ਨ ਹੈਗਾ ਆਪਣੇ ਕੋਲ, ਠੀਕ ਹੈ। ਇਸ ਦੇ ਵਿੱਚੋਂ x ਦੀ ਪਾਵਰ n ਜਿਹੜਾ ਹੈ ਕਿਉਂਕਿ ਸਮੀਸ਼ਨ ਵੇਰੀਜ਼ ਓਵਰ k, ਸਮੀਸ਼ਨ k 0 to infinity, ਸਮੀਸ਼ਨ ਦਾ ਇੰਡੈਕਸ ਤੁਸੀਂ ਕੋਈ ਵੀ ਰੱਖ ਸਕਦੇ ਹੋ, ਇਹ ਕੰਫਿਊਜ਼ ਨਹੀਂ ਹੋਣਾ ਕਿ ਪਹਿਲਾਂ n ਲਿੱਤਾ ਸੀ ਫਿਰ m ਲੈ ਲਿਆ ਹੁਣ k ਲੈ ਲਿਆ। ਸਮੀਸ਼ਨ ਦਾ ਇੰਡੈਕਸ ਕੁਝ ਵੀ ਹੋ ਸਕਦਾ ਹੈ ਕਿਉਂਕਿ ਇਹ ਡਮੀ ਵੇਰੀਏਬਲ ਹੁੰਦਾ। ਤੁਸੀਂ k ਨਾਲ ਲਿਖੋਗੇ ਐਕਸਪੈਂਡ ਕਰੋਗੇ ਯੂ ਵਿਲ ਗੈਟ ਦ ਸੇਮ ਟਰਮਸ। ਤੁਸੀਂ ਸਮੀਸ਼ਨ m equal to 0 to infinity ਲਿਖੋਗੇ ਐਕਸਪੈਂਡ ਕਰੋਗੇ ਅਗੇਨ ਯੂ ਵਿਲ ਗੈਟ ਦ ਸੇਮ ਟਰਮਸ। ਤਾਂ ਵੇਰੀਏਬਲ 'ਚ ਕੋਈ ਕੰਫਿਊਜ਼ਨ ਨਹੀਂ ਰੱਖਣੀ ਹੈਗੀ, ਚਾਹੇ m ਹੈ ਚਾਹੇ k ਹੈ, ਦ ਮੀਨਿੰਗ ਆਫ ਦ ਸਮੀਸ਼ਨ ਇਜ਼ ਸੇਮ। ਸੋ ਅਸੀਂ ਉਰੇ ਕੀ ਕੀਤਾ, ਜਿਹੜਾ x ਦੀ ਪਾਵਰ ਹੈ n ਇਹ ਵਾਲੀ, ਕਿਉਂਕਿ ਸਮੀਸ਼ਨ k ਦੇ ਓਵਰ ਹੈ ਇਹ ਚੇਂਜ ਹੋਣਾ 2k, n ਤਾਂ ਐਸ ਸੱਚ ਫਿਕਸ ਹੀ ਰਹਿਣਾ, n ਨੇ ਚੇਂਜ ਨਹੀਂ ਹੋਣਾ। ਸੋ x ਦੀ ਪਾਵਰ n ਇਹਨੂੰ ਅਸੀਂ ਸਮੀਸ਼ਨ ਤੋਂ ਬਾਹਰ ਕਰ ਦਿੱਤਾ ਹੈ। ਤਾਂ ਰਿਮੇਨਿੰਗ ਤੁਹਾਡੇ ਕੋਲ ਆ ਟਰਮਸ ਸਾਡੇ ਕੋਲ ਰਹਿ ਗਈਆਂ ਹੈਗੀਆਂ, ਯੂ ਕੈਨ ਚੈੱਕ ਇਟ ਈਜ਼ੀਲੀ। ਹਾਫ ਦੀ ਪਾਵਰ ਰਹਿ ਜਾਏਗੀ ਤੇ x ਦੀ ਪਾਵਰ 2k ਕੱਲੀ ਬਚੀ ਸੀ ਉਹ ਅਲੱਗ ਲਿਖ ਦਿੱਤੀ। ਤਾਂ ਜਿਵੇਂ ਅਸੀਂ ਰੇਡੀਅਸ ਆਫ ਕਨਵਰਜੈਂਸ ਦੇ ਵਿੱਚ ਫਿਰ ਕਰਦੇ ਹੁੰਦੇ ਸੀ, ਜੋ ਵੀ ਆਪਣੇ ਕੋਲ ਐਕਸਪ੍ਰੈਸ਼ਨ ਹੈ ਉਹਦੇ ਵਿੱਚ ਇਸ x ਦਾ ਜਿਹੜਾ ਵੀ ਕੋਐਫੀਸ਼ੀਐਂਟ ਹੈ ਸਾਰੇ ਦਾ ਸਾਰਾ this one, this will be denoted by ak, and for radius of convergence we have to solve ak plus 1 by ak. So ak plus 1 we construct कर लिया just by replacing k to k plus 1 in this expression. जिथे जिथे k सीगा उन्हें k plus 1 नाल replace किया हुआ है, you can see easy पूरे भी याद, ठीक है। जिथे जिथे k सी उन्हें k plus 1 नाल replace किया, then you will get the expression of ak plus 1. So ਹੁਣ ਜੇ radius of convergence ਅਸੀਂ find करना हैगा, ਅਸੀਂ उस lecture ਦੇ ਵਿੱਚ discuss ਕੀਤਾ ਸੀਗਾ कि ak over ak plus 1 ਅਸੀਂ find ਕਰ ਲਵਾਂਗੇ, ਇਹਨਾਂ ਦੀ ਰੇਸ਼ੀਓ ਬਣਾ ਲਵਾਂਗੇ। ਰੇਸ਼ੀਓ ਬਣਾਉਂਗੇ ਦੋਵਾਂ ਨੂੰ ਡਿਵਾਈਡ ਕਰ ਦਿੱਤਾ, you can see it here easily that ਪੂਰੇ k plus 1 ਫੈਕਟੋਰੀਅਲ ਹੈ, ਤਾਂ ਨੈਕਸਟ ਸਟੈਪ ਦੇ ਵਿੱਚ ਮੈਂ ਇਹਨੂੰ ਬ੍ਰੇਕ ਕਰ ਲਿਆ k plus 1 into k ਫੈਕਟੋਰੀਅਲ, ਤਾਂ ਕਿ ਇਹ ਦੋਵੇਂ ਹੁਣ ਸਾਡੇ ਕੈਨਸਲ ਹੋ ਜਾਣਗੇ। ਇਸੇ ਤਰ੍ਹਾਂ ਗਾਮਾ 2 plus n plus k ਸੀਗਾ, ਇਹਨੂੰ ਮੈਂ ਬ੍ਰੇਕ ਕਰ ਲਿਆ ਗਾਮਾ ਦੀ ਪ੍ਰੋਪਰਟੀ ਲਗਾ ਕੇ। ਗਾਮਾ ਦੀ ਪ੍ਰੋਪਰਟੀ ਕਿਹੜੇ ਵਾਲੀ ਲੱਗੀ, ਗਾਮਾ n is n minus 1 gamma n minus 1. This was the property of gamma function ਜਿਹੜੀ ਅਸੀਂ ਉਰੇ ਯੂਜ਼ ਕੀਤੀ। 2 plus n plus k ਸੀਗਾ ਤਾਂ ਇੱਕ ਮਾਈਨਸ ਕਰਕੇ ਲਿਖਣਾ ਹੁੰਦਾ 1 plus n plus k and gamma 1 plus n plus k। ਔਰ ਇਸੇ ਤਰ੍ਹਾਂ ਡਿਨੋਮੀਨੇਟਰ ਦੇ ਵਿੱਚ ਜਿਹੜਾ ਇਹ ਹੈ 1/2 ਦੀ ਪਾਵਰ, ਇਸ ਚੋਂ ਇਹ ਪਾਵਰ ਕੀ ਬਣੇਗੀ 2k plus 2 plus n, ਤਾਂ 2k plus n ਅਲੱਗ ਕਰਤੀ plus 2 ਪਾਵਰ ਅਲੱਗ ਕਰਤੀ। ਤਾਂ ਹੁਣ ਜੋ ਕਟਿੰਗ ਹੁੰਦੀ ਹੈ ਉਹ ਕਰਕੇ ਤੁਸੀਂ ਦੇਖ ਸਕਦੇ ਹੋ, ਇਹ ਸਾਰੀਆਂ ਟਰਮਸ ਤੁਹਾਡੀਆਂ ਕੈਨਸਲ ਹੋਣਗੀਆਂ। k plus k ਫੈਕਟੋਰੀਅਲ ਨਾਲ k ਫੈਕਟੋਰੀਅਲ ਕੈਨਸਲ, गामा नाल ए गामा कैंसल और ए भी कैंसल हो गया, यू विल रिमेन और -1 दी पावर के ए भी कैंसल हो जाएगा, k plus 1 से क्या ब्रेक किया होया, तो यू विल रिमेन विद दिस 1/2 ਦਾ ਸਕੁਆयर यानी 4 आ गया, k plus 1 ਤੇ n plus k plus 1। ਫਿਰ ਇਹਦੇ ਵਿੱਚ ਅਸੀਂ ਕੀ ਕਰਨਾ ਹੁੰਦਾ ਸੀਗਾ, ਇਹਦੀ ਲਿਮਿਟ ਲੈਂਦੇ ਸੀ k ਅਪਰੋਚਸ ਇਨਫਿਨਿਟੀ, ਫਰਦਰ ਇਹਦਾ ਮੋਡੂਲਸ ਲੈਣਾ ਮੋਡੂਲਸ ਲੈ ਸਕਦੇ ਹੋ। ਇਹਦੀ ਲਿਮਿਟ ਜੇ n k ਅਪਰੋਚਸ ਇਨਫਿਨਿਟੀ ਲਾਉਂਗੇ ਕਿਉਂਕਿ k ਡਿਨੋਮੀਨੇਟਰ ਦੇ ਵਿੱਚ ਆ ਸਾਰਾ, then limit will be 0 and this was the value of 1 by r। ये 1 by r, r की है रेडियस ऑफ कन्वर्जेंस, तो r की वैल्यू क्या आ गई इंफिनिटी, दैट मींस r अप्रोचेस टू इंफिनिटी। तो रेडियस ऑफ कन्वर्जेंस अगर इंफिनिटी आ गया, सो दैट मींस jn x जेड़ा है वो हर एक x के लिए की करेगा, कन्वर्ज करेगा। द सेकंड प्रॉपर्टी इज j minus mx, j minus m, माइनस m ਦਾ मतलब कि जेड़ा उरे अपने कोल इंटीजर है ਉਹਦਾ नेगेटिव कर दो, ਤਾਂ ਕੀ ਫਰਕ ਪਏਗਾ -1 ਦੀ ਪਾਵਰ m j mx, ਠੀਕ ਹੈ। ਤਾਂ ਇਹ ਅਸੀਂ ਵੈਰੀਫਾਈ ਕਰਨੀ ਹੈ ਇਫ m is any non negative integer, m ਕੋਈ ਵੀ non negative integer ਹੈ, ਫ੍ਰੈਕਸ਼ਨ ਹੈ ਉਦੋਂ ਨਹੀਂ ਅਸੀਂ ਗੱਲ ਕਰ ਰਹੇ, ਅਸੀਂ ਇੰਟੀਜਰ ਦੇ ਕੇਸ ਵਿੱਚ ਗੱਲ ਕਰ ਰਹੇ ਸੀ। ਤਾਂ ਇਸ ਨੂੰ ਕਿਵੇਂ ਡੀਲ ਕਰਨਾ ਹੈਗਾ, j -m ਜਾਂ -n ਜੋ ਵੀ ਤੁਸੀਂ ਲਿਖਣਾ, j -n ਮੈਂ ਲਿਖ ਲਿਆ ਹੈਗਾ, j -n ਦਾ ਐਕਸਪ੍ਰੈਸ਼ਨ ਕੀ ਬਣੇਗਾ, ਇਹ ਬਣ ਜਾਏਗਾ ਜੋ ਆਪਣੇ ਕੋਲ ਬੈਸਲਸ ਫੰਕਸ਼ਨ ਦਾ ਰਿਪਰੈਜ਼ੈਂਟੇਸ਼ਨ ਸੀ ਉਹਦੇ ਵਿੱਚ ਜਿੱਥੇ ਜਿੱਥੇ n ਹੈ ਉਹਨੂੰ -n ਨਾਲ ਰਿਪਲੇਸ ਕਰ ਦਿਓ, ਤਾਂ you will get this expression। ਤੇ ਫਿਰ ਇਸ ਤੋਂ ਬਾਅਦ ਕੀ ਕਰਨਾ ਹੈਗਾ, ਉਰੇ ਇਸ ਸਮੀਸ਼ਨ ਨੂੰ ਮੈਂ ਜਿਹੜਾ ਹੈ ਰਿਪਲੇਸ ਕੀਤਾ, ਸੌਰੀ one thing, ਉਰੇ 1 ਮਾਈਨਸ ਆਏਗਾ ਸਾਰੇ ਕਿਤੇ ਪੂਰੇ, ਸੌਰੀ I have to make here a correction, okay। ਇਸ ਸਮੀਸ਼ਨ ਨੂੰ 0 to infinity ਸੀਗਾ, ਇਹਨੂੰ ਮੈਂ ਬ੍ਰੇਕ ਕੀਤਾ 0 to n minus 1 ਫਿਰ n to infinity। ਤਾਂ ਇਸ ਸੇਮ ਟਰਮ ਹੀ ਉੱਪਰ ਵਾਲੀ ਵੀ ਕਾਪੀ ਕੀਤੀ ਹੈ, 1 minus n plus k ਹੈ ਉਰੇ, ਔਰ ਉਰੇ ਵੀ 2k minus n ਹੈਗਾ, ਤੇ ਸਮੀਸ਼ਨ ਜਸਟ ਬ੍ਰੇਕ ਕੀਤਾ 0 to n minus 1 and then n to infinity। ਹੁਣ ਜਿਹੜਾ ਫਸਟ ਸਮੀਸ਼ਨ ਹੈ ਉਸ ਦੇ ਵਿੱਚ ਅਸੀਂ k up to n minus 1 ਤੱਕ ਹੀ ਕਿਉਂ ਲਿਖਿਆ, ਇਹਦਾ ਰੀਜ਼ਨ ਹੁਣ ਤੁਹਾਨੂੰ ਪਤਾ ਲੱਗ ਜਾਏਗਾ। 0 to n minus 1 ਜਦੋਂ ਲਿੱਤਾ
ਤਾਂ ਆ ਵਾਲਾ ਜਿਹੜਾ ਗਾਮਾ ਦੇ ਵਿੱਚ ਵੈਲਿਊ ਹੈ ਇਹ ਸੇਮ ਅਸੀਂ ਕੰਸਟਰਕਟ ਕਰਦੇ ਆ k ਦੇ ਵਿੱਚ ਕੀ ਐਡ ਹੋਇਆ ਹੋਇਆ 1 ਤਾਂ ਮੈਂ ਇਹਨਾਂ ਦੇ ਤਿੰਨੋਂ ਸਾਈਡਸ ਦੇ ਉੱਪਰ 1 ਐਡ ਕਰ ਦਿੱਤਾ you will get 1 less than or equal to k plus 1 less than or equal to n ਹੋਰ ਕੀ ਹੈ ਇਹਦੇ ਨਾਲ -n ਹੈ ਤਾਂ ਮੈਂ ਤਿੰਨੋਂ ਸਾਈਡਸ ਤੇ -n ਕਰ ਦਿੱਤਾ ਤਾਂ ਇੱਧਰ ਤੁਹਾਡੇ ਕੋਲ n n 0 ਹੋ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਵੈਲਿਊ ਸਾਨੂੰ ਗਾਮਾ ਦੇ ਵਿੱਚ ਦਿੱਤੀ ਹੋਈ ਹੈ ਆਹੀ ਵਾਲੀ 1 n k ਇਹ ਵਾਲੀ ਵੈਲਿਊ ਗਾਮਾ ਆਫ 1 n k ਤਾਂ ਉਰੇ ਆਹੀ 1 n k ਸੇਮ ਉਰੇ ਬਣਿਆ ਉਹ ਵੈਲਿਊ ਲੈਸ ਦੈਨ 0 ਹੈ ਤਾਂ ਐਸੀਆਂ ਵੈਲਿਊਜ਼ ਜਿਹੜੀਆਂ ਲੈਸ ਦੈਨ অর ਇਕੁਅਲ ਟੂ 0 ਹੋਣ ਉਹਨਾਂ ਲਈ ਜਿਹੜਾ ਗਾਮਾ ਹੈਗਾ that will be a divergent divergent ਦਾ ਮਤਲਬ ਕੀ ਹੁੰਦਾ ਹੈ it approaches to infinity ਕਿਉਂਕਿ ਗਾਮਾ ਦੀ ਵੈਲਿਊ ਅਸੀਂ ਪੜ੍ਹੀ ਸੀਗੀ it will be defined for n greater than or equal to 0 n greater than 0 ਲਈ ਡਿਫਾਈਨ ਹੁੰਦੀ ਹੈ ਇਕੁਅਲ ਵੀ ਨਹੀਂ ਹੁੰਦਾ ਸਟ੍ਰਿਕਟਲੀ greater than 0 ਹੁੰਦਾ ਤੇ ਉਰੇ ਆਪਣੇ ਕੋਲ ਕੀ ਆ ਗਿਆ ਲੈਸ ਦੈਨ অর ਇਕੁਅਲ ਟੂ 0 ਤਾਂ ਐਸੀਆਂ ਵੈਲਿਊਜ਼ ਦੇ ਲਈ ਗਾਮਾ ਦੇ ਵਿੱਚ ਨੈਗੇਟਿਵ ਆ ਰਿਹਾ ਹੈਗਾ so that's why it approaches infinity gamma n is because ਇਹਦਾ ਰੀਜ਼ਨ ਹੈ gamma n is divergent if n is less than or equal to 0 so ਇਸੇ ਕਰਕੇ ਫਿਰ ਜਿਹੜਾ ਆਪਣੇ ਕੋਲੇ ਪਹਿਲਾ ਸਮੀਸ਼ਨ ਸੀਗਾ ਇਹ ਆਪਣੇ ਕੋਲ ਕੀ ਹੋ ਗਿਆ 0 ਦੇ ਇਕੁਅਲ so j n ਸਿਰਫ ਸਾਡੇ ਕੋਲ ਰਹਿ ਗਿਆ ਸੈਕਿੰਡ ਸਮੀਸ਼ਨ ਦੇ ਬਰਾਬਰ ਜਿਹੜਾ ਅਸੀਂ k n to infinity ਲਿਖਤਾ ਸੀ ਹੁਣ ਇਸ ਸਮੀਸ਼ਨ ਦੇ ਵਿੱਚ ਮੈਂ ਇਹ ਸਬਸਟੀਟਿਊਸ਼ਨ ਕਰਨ ਲੱਗਿਆ k ਨੂੰ ਰਿਪਲੇਸ ਕਰਨ ਲੱਗਿਆ n ਲੈਮਡਾ ਦੇ ਨਾਲ ਤਾਂ ਜਿਵੇਂ ਆਪਣੇ ਕੋਲ k ਸੀਗਾ ਉਵੇਂ ਹੀ ਆਪਣੇ ਕੋਲ ਲੈਮਡਾ ਹੈਗਾ ਬਟ ਲੈਮਡਾ ਦੀ ਜਿਹੜੀ ਵੇਰੀਏਸ਼ਨ ਹੈ ਉਹ ਚੇਂਜ ਹੋ ਜਾਏਗੀ ਯੂ ਕੈਨ ਸੀ ਕਿਉਂਕਿ k ਸਟਾਰਟ ਹੋ ਰਿਹਾ ਸੀ n ਤੋਂ ਤਾਂ ਜੇ k n ਤੋਂ ਸਟਾਰਟ ਹੋ ਰਿਹਾ ਹੈ ਤਾਂ ਇਹਦਾ ਮਤਲਬ ਲੈਮਡਾ ਕਿੱਥੋਂ ਸਟਾਰਟ ਹੋਏਗਾ ਯੂ ਕੈਨ ਸੀ ਇਟ ਈਜ਼ਲੀ k ਨੂੰ ਅਗਰ ਅਸੀਂ n ਪੁੱਟ ਕਰਦੇ ਹਾਂ ਦੈਨ ਯੋਰ ਲੈਮਡਾ ਵਿਲ ਸਟਾਰਟ ਫਰਮ 0 ਤਾਂ ਕਰਕੇ ਸਮੀਸ਼ਨ ਸਟਾਰਟ ਕੀਤਾ ਹੋਇਆ ਲੈਮਡਾ ਇਕੁਅਲਸ ਟੂ 0 अपर लिमिट की कोई टेंशन नहीं अगर k इंफिनिटी अप्रोच कर रहे हैं अपर लिमिट इंफिनिटी है क्योंकि k इंफिनिटी अप्रोच कर रहा है तेरा मतलब जेड़ा लैम्डा हैगा वो भी इंफिनिटी ही अप्रोच करे ते उरे सारे जिथे 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 k है तुसी ਇਹਨੂੰ n plus lambda ਨਾਲ ਰਿਪਲੇਸ ਕਰ ਦੇਣਾ ਬਿਕੋਜ਼ k ਨੂੰ ਅਸੀਂ n plus lambda ਸਬਸਟੀਟਿਊਟ ਕੀਤਾ ਤਾਂ n plus lambda ਨਾਲ ਰਿਪਲੇਸ ਕਰਕੇ ਤੁਸੀਂ ਦੇਖ ਸਕਦੇ ਹੋ ਸਾਰੇ ਜਿਥੇ ਕੀਤਾ ਹੋਇਆ k ਨੂੰ n plus lambda ਉਰੇ ਠੀਕ ਹੈ ਔਰ ਇਹ ਪਾਵਰ ਦੇ ਵਿੱਚ ਵੀ ਕੀਤਾ ਹੋਇਆ k ਨੂੰ n plus lambda उरे 2 ਦੇ ਨਾਲ n plus lambda ਕਰਾਂਗੇ ਤਾਂ 2n plus 2 lambda ਬਣੇਗਾ ਆ ਲਿਖਾ ਸੋ ਹੁਣ ਤੁਸੀਂ ਈਜ਼ੀਲੀ ਉਰੇ ਦੇਖ ਸਕਦੇ ਹੋ ਆਵਲੀ ਜਿਹੜੀ ਹੈ -1 ਦੀ n plus lambda ਇਹਨੂੰ ਮੈਂ ਬ੍ਰੇਕ ਕਰ ਲਿਆ ਨੈਕਸਟ ਸਟੈਪ ਚ ਠੀਕ ਹੈ n plus lambda ਫੈਕਟੋਰੀਅਲ ਹੈ ਉਰੇ ਆਪਣੇ ਕੋਲ ਗਾਮਾ 1 plus lambda ਬਚ ਗਿਆ ਹੈਗਾ ਤੇ x/2 ਦੀ ਪਾਵਰ ਕਿੰਨੀ ਬਚ ਗਈ n plus 2 lambda ਹੁਣ ਨੈਕਸਟ ਸਟੈਪ ਦੇ ਵਿੱਚ ਤੁਸੀਂ ਇਹ ਦੇਖੋਗੇ ਕਿ ਜਿਹੜਾ ਇਹ ਗਾਮਾ 1 plus lambda ਹੈ ਕਿਉਂਕਿ lambda ਇੱਕ ਇੰਟੀਜਰ ਹੈ ਸੋ ਗਾਮਾ 1 plus lambda ਨੂੰ ਅਸੀਂ ਚੇਂਜ ਕਰਨਾ ਸਕਦੇ ਹਾਂ lambda ਫੈਕਟੋਰੀਅਲ ਦੇ ਨਾਲ ਉਸੇ ਤਰ੍ਹਾਂ ਇਹ ਫੈਕਟੋਰੀਅਲ ਹੈ ਇਹਨੂੰ ਗਾਮਾ ਦੇ ਵਿੱਚ ਬਦਲ ਦਾਂਗੇ ਫੈਕਟੋਰੀਅਲ n plus lambda ਨੂੰ ਅਸੀਂ ਲਿਖ ਦਾਂਗੇ ਗਾਮਾ ਆਫ 1 plus n plus lambda ਇਸ ਤਰ੍ਹਾਂ ਅਸੀਂ ਇਹਨੂੰ ਰਿਪਲੇਸ ਕਰ ਦਾਂਗੇ ਤਾਂ ਫੈਕਟੋਰੀਅਲ ਨੂੰ ਚੇਂਜ ਕਰ ਦੇਣਾ ਗਾਮਾ ਚ ਔਰ ਗਾਮਾ ਨੂੰ ਚੇਂਜ ਕਰ ਦੇਣਾ ਫੈਕਟੋਰੀਅਲ ਚ ਨੈਕਸਟ ਸਟੈਪ ਦੇ ਵਿੱਚ ਇਹੀ ਕੀਤਾ ਹੋਇਆ ਤਾਂ n plus lambda ਫੈਕਟੋਰੀਅਲ ਨੂੰ ਗਾਮਾ n plus lambda plus 1 ਔਰ lambda plus 1 ਗਾਮਾ ਨੂੰ ਚੇਂਜ ਕਰਤਾ lambda ਫੈਕਟੋਰੀਅਲ ਠੀਕ ਹੈ ਸੋ ਤੇ x/2 ਦੀ ਪਾਵਰ n plus 2 lambda ਸੇਮ ਹੈ ਨਾਓ ਯੂ ਕੈਨ ਕੰਪੇਅਰ ਇਟ ਵਿਦ the Bessel's function the पूरा समीशन ਜਿਹੜਾ ਹੈ ਤੁਸੀਂ ਉਹਦੇ ਨਾਲ ਕੰਪੇਅਰ ਕਰੋਗੇ ਸਾਰਾ ਕੁਝ ਸੇਮ ਟੂ ਸੇਮ ਉਹੀ ਮਿਲੇਗਾ ਮੈਂ ਪਹਿਲਾਂ ਵੀ ਦੱਸਿਆ ਹੈਗਾ ਸਮੀਸ਼ਨ ਦਾ ਇੰਡੈਕਸ ਲੈਮਡਾ ਦੇ ਉੱਪਰ ਹੈ ਸਮੀਸ਼ਨ ਦਾ ਇੰਡੈਕਸ ਲੈਮਡਾ ਹੋਵੇ k ਹੋਵੇ m ਹੋਵੇ ਕੁਝ ਵੀ ਹੋਵੇ ਤਾਂ ਸਮੀਸ਼ਨ ਨੂੰ ਕੋਈ ਫਰਕ ਨਹੀਂ ਪੈਂਦਾ ਸੋ ਯੂ ਕੈਨ ਸੇ that this is the value of jnx ਔਰ -1 ਦੀ n ਕੇ ਦੇ ਬਾਹਰ ਆਇਆ ਹੀ ਹੋਇਆ so j nx will be equal to -1 power n jnx so this is all about the property number 2. The next is property number 3. In this property, I have replaced x by -x. In the previous property, we have replaced n by -n. Now, in this property, we have replaced x by -x. Then the result is same. You will get -1 raised to power n jnx if n is any integer. ਹੁਣ ਉਰੇ ਮੈਂ ਕਿਉਂਕਿ ਇੰਟੀਜਰ ਦੀ ਗੱਲ ਹੋਈ ਹੈ n is any integer ਗੱਲ ਹੋਈ ਹੈ ਸੋ ਇਸ ਕਰਕੇ ਮੈਂ ਉਰੇ ਜਿਹੜਾ n ਦੇ ਕੇਸਿਸ ਹੈ ਜਿਹੜੇ ਉਹ ਬਣਾ ਰਿਹਾ firstly when n is positive case 2 ਹੋਏਗਾ when n is negative and case 3 ਹੋਏਗਾ when n is equal to 0 ਤਾਂ ਪਹਿਲਾਂ ਜਦੋਂ n ਪੋਜ਼ਿਟਿਵ ਹੈ ਤਾਂ jn -x ਤਾਂ jn x ਦੀ ਜਿਹੜੀ ਵੈਲਿਊ ਸੀ ਉਸ ਦੇ ਵਿੱਚ ਜਿੱਥੇ ਜਿੱਥੇ x ਹੈ ਉਹਨੂੰ -x ਨਾਲ ਰਿਪਲੇਸ ਕਰ ਦੇਣਾ ਇੱਕ ਜਗ੍ਹਾ ਤੇ ਹੀ ਹੁੰਦਾ ਪੂਰੇ x ਨੂੰ ਅਸੀਂ -x ਨਾਲ ਰਿਪਲੇਸ ਕਰਤਾ ਹੈ ਰੈਸਟ ਆਫ ਦਾ ਵੈਲਿਊ ਸੇਮ ਅਸੀਂ ਲਿਖੀ ਹੋਈ ਹੈ ਸੋ ਫਿਰ ਇਸ ਦੇ ਵਿੱਚ ਆ ਵਾਲਾ ਜਿਹੜਾ ਮਾਈਨਸ ਹੈ ਇਹ ਮਾਈਨਸ ਦੀ ਪਾਵਰ ਅਲੱਗ ਕੱਢ ਕੇ ਉਹਦੇ ਅਸੀਂ ਲਿਖ ਲਿਆ -1 ਦੀ ਪਾਵਰ n plus 2 lambda ठीक है पूरे 2 lambda आएगा सॉरी n plus 2 lambda ਤੇ x/2 ਦੀ ਪਾਵਰ n plus 2 lambda ਹੈਗੀ ਹੈ ਤੇ ਇਹ -1 ਦੀ ਪਾਵਰ ਫਿਰ ਫਰਦਰ ਬ੍ਰੇਕ ਕਰ ਲਈ -1 ਦੀ n -1 ਦੀ 2 lambda ठीक है बाकी सारा एक्सप्रेशन सेम कॉपी हो रहा है ऊपरों ਦੀ
ਤੇ -1 ਦੀ ਪਾਵਰ n ਨੂੰ ਅਸੀਂ ਬਾਹਰ ਕੱਢ ਦਿੱਤਾ ਔਰ ਜਿਹੜੀ -1 ਦੀ ਪਾਵਰ ਇਹ ਵਾਲੀ ਸੀ 2 ਲੈਮਡਾ ਇਹ ਈਵਨ ਪਾਵਰ ਹੈ ਇਸ ਕਰਕੇ ਇਹ ਖਤਮ ਹੋ ਗਿਆ -1 ਦੀ ਪਾਵਰ 2 ਲੈਮਡਾ ਇਜ਼ +1 ਸੋ ਯੂ ਵਿਲ ਰਿਮੇਨ ਓਨਲੀ ਵਿਦ ਦਿਸ ਟਰਮ -1 ਦੀ n ਬਾਹਰ ਲੈ ਕੇ ਔਰ -1 ਦੀ ਲੈਮਡਾ ਉਰੇ ਤਾਂ ਤੁਸੀਂ ਦੇਖ ਸਕਦੇ ਹੋ ਅਗੇਨ ਦਿਸ ਇਜ਼ ਐਕਸਪ੍ਰੈਸ਼ਨ ਫॉर gnx ਸੋ ਫਸਟ ਕੇਸ ਦੇ ਵਿੱਚ ਇਹ ਪ੍ਰੂਵ ਹੋ ਗਿਆ ਨਾਓ ਸੈਕੰਡ ਕੇਸ व्हेन n इज नेगेटिव इंटीजर नेगेटिव है तो n ਦੀ ਵੈਲਿਊ ਐਵੇਂ ਸਪੋਜ਼ ਕਰ ਲਈਏ n -l वेयर l इज ए पॉजिटिव n इक्वल टू -l ਜਦੋਂ माइनस लगा ही लिया तो फिर l ਕੱਲਾ ਕੀ ਰਹੇਗਾ ਪੋਜ਼ਿਟਿਵ ਹੀ ਹੋਏਗਾ ਫਿਰ jn of -x ਨੂੰ ਸੋਲਵ ਕਰਦੇ ਆ n ਨੂੰ ਚੇਂਜ ਕਰਤਾ -l ਦੇ ਵਿੱਚ jl of -l -x ਤਾਂ ਪਹਿਲਾਂ ਉਰੇ ਮਾਈਨਸ ਹੈ ਤਾਂ ਪ੍ਰੋਪਰਟੀ ਨੰਬਰ 2 ਅਪਲਾਈ ਹੋਗੀ ਇਸ ਦੇ ਉੱਪਰ ਤਾਂ ਪ੍ਰੋਪਰਟੀ 2 ਕੀ ਕਹਿੰਦੀ ਹੈ ਉਰੇ -1 ਦੀ l ਬਣਾ ਦਿਓ jl of -x ਬਟ ਹੁਣ l ਜਿਹੜਾ ਹੈ ਉਹ ਕੱਲਾ ਰਹਿ ਗਿਆ ਉਰੇ l ਕੀ ਸੀਗਾ ਪੋਜ਼ਿਟਿਵ ਔਰ ਪੋਜ਼ਿਟਿਵ ਇੰਟੀਜਰ ਦੇ ਉੱਪਰ ਅਸੀਂ ਹੁਣੀ ਜਿਹੜਾ ਕੇਸ 1 ਕੀਤਾ ਹੈਗਾ ਉਹ ਅਪਲਾਈ ਕਰ ਦੋ ਤਾਂ jl of -x will be equal to -1 ਦੀ l jlx ਤਾਂ ਇਹ -1 ਦੀ l -1 ਦੀ l 2 ਟਾਈਮਸ ਹੋ ਗਿਆ -1 ਦੀ 2l ਪਾਵਰ ਖਤਮ ਹੋ ਗਈ jlx ਰਹਿ ਗਿਆ ਤੇ ਹੁਣ ਇਸ ਨੂੰ ਵਾਪਸ ਅਸੀਂ ਫਿਰ ਐਵੇਂ ਵੀ ਲਿਖ ਸਕਦੇ ਹਾਂ ਨਾ -1 ਦੀ l j -lx ਇਸ ਸਟੈਪ ਨੂੰ ਬਿਕੋਜ਼ ਜੇ ਤੁਸੀਂ ਆਹੀ j -l ਨੂੰ ਫਿਰ ਚੇਂਜ ਕਰੋਗੇ ਤਾਂ you will get j -1 ਦੀ ਪਾਵਰ l jlx ਆਹੀ -1 ਦੀ l -1 ਦੀ l ਫਿਰ ਮਲਟੀਪਲਾਈ ਹੋ ਕੇ ਪਲੱਸ ਬਣ ਗਿਆ ਸੋ ਇਸ ਨੂੰ ਵਾਪਸ ਐਵੇਂ ਲਿਖ ਲਿਆ -1 ਦੀ l j -lx ਉਹਦਾ ਰੀਜ਼ਨ ਇਹ ਸੀਗਾ ਕਿਉਂਕਿ ਅਸੀਂ ਵਾਪਸ ਇਹਨੂੰ n ਚ ਬਣਾਉਣਾ ਹੈਗਾ ਤਾਂ -l ਇਕੁਅਲ ਟੂ n ਹੈ ਤਾਂ -l ਨੂੰ ਅਸੀਂ n ਲਿਖ ਲਿਆ ਹੈਗਾ ਔਰ ਇਸੇ ਤਰ੍ਹਾਂ ਫਿਰ -1 ਦੀ ਪਾਵਰ ਚਾਹੇ ਉਰੇ -l ਹੋਵੇ ਇਹ ਦੋਵੇਂ ਬਰਾਬਰ ਹੀ ਹੁੰਦੀਆਂ ਬੇਟਾ ਚਾਹੇ -1 ਦੀ ਪਾਵਰ l ਹੋਵੇ ਚਾਹੇ -1 ਦੀ ਪਾਵਰ -l ਤਾਂ ਕਿਉਂਕਿ ਇਹਦੇ ਆਨਸਰ ਦੋ ਹੀ ਹੈ ਜਾਂ +1 ਜਾਂ -1 ਔਰ ਜੇ l ऑड ਹੈ ਤਾਂ ਦੋਵਾਂ ਦਾ ਆਨਸਰ -1 ਹੈ ਜੇ l ਇਵਨ ਹੈ ਤਾਂ ਦੋਵਾਂ ਦਾ ਆਨਸਰ +1 तो इस करके -1 ਦੀ l ਹੋਇਆ ਜਾਂ -1 ਦੀ -l ਹੋਇਆ ਇਹ ਦੋਵੇਂ ਸੇਮ ਹੁੰਦੇ ਸੋ ਦੈਟਸ ਵਾਈ ਇਹਨੂੰ ਚਾਹੇ -l ਲਿਖ ਸਕਦੇ ਹੋ ਫਰਦਰ ਇਹ -l ਨੂੰ ਤੁਸੀਂ n ਪੁੱਟ ਕਰ ਸਕਦੇ ਤਾਂ ਪੋਜ਼ਿਟਿਵ ਇੰਟੀਜਰ ਦੇ ਕੇਸ 'ਚ ਵੀ ਹੋ ਗਿਆ ਤੇ ਹੁਣ ਰਹਿ ਗਿਆ 0 ਵਾਲਾ ਕੇਸ ਜੇ n 0 ਹੈ then you will get j0 -x ਤਾਂ ਅੱਜ ਦੇ ਪਹਿਲਾ ਹੀ ਕੁਐਸਚਨ ਆਪਾਂ ਜਿਹੜਾ ਡਿਸਕਸ ਕੀਤਾ ਉਸ 'ਚ ਸੀਗਾ j0 -x is j0x means j0x is a even function ਤਾਂ ਮਾਈਨਸ ਇਹਦਾ ਖਤਮ ਹੋ ਗਿਆ ਤੇ ਰਾਈਟ ਹੈਂਡ ਸਾਈਡ ਜੇ ਸੋਲਵ ਕਰਾਂਗੇ -1 ਦੀ n jnx ਦੇ ਵਿੱਚ n ਨੂੰ 0 ਪੁੱਟ ਕਰਾਂਗੇ ਤਾਂ ਇਹ ਵੀ j0x ਆ ਗਿਆ ਇਸ ਕੇਸ 'ਚ ਵੀ ਦੋਵੇਂ ਬਰਾਬਰ ਹੋ ਗਏ ਤਾਂ n equal to 0 ਵਾਲਾ ਕੇਸ ਵੀ true ਹੋ ਗਿਆ hence it is true for every integer so these are the three properties which we have today studied for the Bessel's function